1797 ਈਸਵੀ ਵਿੱਚ ਪੰਜਾਬ ਬਹੁਤ ਸਾਰੇ ਛੋਟੇ-ਛੋਟੇ ਸੁਤੰਤਰ ਰਾਜਾਂ ਵਿੱਚ ਵੰਡਿਆ ਹੋਇਆ ਸੀ, ਜਿਹੜੇ ਆਮ ਤੌਰ 'ਤੇ ਆਪਸ ਦੇ ਵਿੱਚ ਲੜਦੇ ਰਹਿੰਦੇ ਸਨ। ਖੁਸ਼ਵੰਤ ਸਿੰਘ ਨੇ ਉਸ ਸਮੇਂ ਦੀ ਪੰਜਾਬ ਦੀ ਹਾਲਤ ਦਾ ਬੜੇ ਚੰਗੇ ਢੰਗ ਨਾਲ ਵਰਣਨ ਕੀਤਾ ਹੈ। ਉਹਨਾਂ ਦੇ ਅਨੁਸਾਰ 1790 ਈਸਵੀ ਤੋਂ ਬਾਅਦ ਦੇ ਦਹਾਕੇ ਵਿੱਚ ਪੰਜਾਬ ਇੱਕ ਗੁੰਝਲਦਾਰ ਚਿੱਤਰ ਦੇ ਵਾਂਗ ਪ੍ਰਤੀਤ ਹੁੰਦਾ ਸੀ, ਜਿਸ ਦੇ 14 ਟੋਟੇ ਸਨ ਅਤੇ ਸਾਰੇ ਪਾਸਿਆਂ ਤੋਂ 5 ਤੀਰ ਇਸ ਵਿੱਚ ਧਸੇ ਹੋਏ ਸਨ। ਇਹਨਾਂ 14 ਵਿੱਚੋਂ 12 ਟੋਟੇ ਸਿੱਖ ਮਿਸਲਾਂ ਦੇ ਸਨ, ਬਾਕੀ 2 ਸਨ ਲਾਹੌਰ ਦੇ ਗੁਆਂਢ ਵਿੱਚ ਪਠਾਣਾਂ ਅਧੀਨ ਕਸੂਰ ਤੇ ਦੱਖਣ ਪੂਰਬ ਵਿੱਚ ਜਾਰਜ ਥਾਮਸ ਨਾਮੀ ਅੰਗਰੇਜ਼ ਅਧੀਨ ਹੰਸੀ। 5 ਤੀਰ ਸਨ ਉੱਤਰ ਪੱਛਮ ਵਿੱਚ ਅਫਗਾਨ, ਉੱਤਰ ਵਿੱਚ ਕਾਂਗੜਾ ਦੇ ਰਾਜਪੂਤ, ਉੱਤਰ ਪੂਰਬ ਵਿੱਚ ਗੋਰਖੇ, ਪੂਰਬ ਵਿੱਚ ਅੰਗਰੇਜ਼ ਅਤੇ ਦੱਖਣ ਪੂਰਬ ਵਿੱਚ ਮਰਾਠੇ। ਪੰਜਾਬ ਦੇ ਬਹੁਤੇ ਭਾਗ ਵਿੱਚ 12 ਸਿੱਖ ਮਿਸਲਾਂ ਦੇ ਰਾਜ ਕਾਇਮ ਸਨ। ਪਹਿਲਾਂ ਤਾਂ ਵੱਖ-ਵੱਖ ਮਿਸਲਾਂ ਦੇ ਸਰਦਾਰ ਇਕੱਠੇ ਮਿਲ ਕੇ ਸਾਂਝੇ ਦੁਸ਼ਮਣਾਂ ਦਾ ਵਿਰੋਧ ਕਰਦੇ ਰਹੇ ਸਨ, ਪਰ ਅਫਗਾਨਾਂ ਦਾ ਖਤਰਾ ਟਲ ਜਾਣ ਤੋਂ ਬਾਅਦ ਉਹਨਾਂ ਦੇ ਵਿੱਚ ਏਕਤਾ ਨਹੀਂ ਰਹੀ ਸੀ। ਉਹ ਸਾਰੇ ਹੀ ਆਪਣੀ-ਆਪਣੀ ਮਿਸਲ ਦੇ ਇਲਾਕਿਆਂ ਦੇ ਵਿਸਥਾਰ ਲਈ ਯਤਨ ਕਰਨ ਲੱਗ ਪਏ ਸਨ। ਆਮ ਤੌਰ 'ਤੇ ਉਹਨਾਂ ਵਿੱਚ ਆਪਸੀ ਲੜਾਈ ਝਗੜੇ ਹੁੰਦੇ ਰਹਿੰਦੇ ਸਨ, ਜਿਸ ਦੇ ਕਾਰਨ ਉਹਨਾਂ ਦੇ ਇਲਾਕੇ ਵੱਧਦੇ ਘਟਦੇ ਰਹਿੰਦੇ ਸਨ। ਰਣਜੀਤ ਸਿੰਘ ਦੀ ਚੰਗੀ ਕਿਸਮਤ ਨੂੰ 18ਵੀਂ ਸਦੀ ਦੇ ਆਖਰੀ ਸਾਲਾਂ ਤੱਕ ਕੋਈ ਵੀ ਮਿਸਲ ਬਹੁਤੀ ਤਾਕਤਵਰ ਨਹੀਂ ਰਹੀ ਸੀ। ਸਾਰੀਆਂ ਮਿਸਲਾਂ ਵਿੱਚੋਂ ਸਭ ਤੋਂ ਪ੍ਰਸਿੱਧ ਭੰਗੀ ਮਿਸਲ ਸੀ। ਇਸ ਮਿਸਲ ਵਿੱਚ ਲਾਹੌਰ, ਅੰਮ੍ਰਿਤਸਰ, ਗੁਜਰਾਤ ਤੇ ਸਿਆਲਕੋਟ ਜਿਹੇ ਬਹੁਤ ਮਹੱਤਵਪੂਰਨ ਸ਼ਹਿਰ ਸ਼ਾਮਲ ਸਨ। ਰਣਜੀਤ ਸਿੰਘ ਦੇ ਗੱਦੀ ਉੱਤੇ ਬੈਠਣ ਦੇ ਸਮੇਂ ਤੱਕ ਭੰਗੀ ਮਿਸਲ ਜ਼ਿਆਦਾ ਤਾਕਤਵਰ ਨਹੀਂ ਰਹੀ ਸੀ। ਇਸ ਦਾ ਕਾਰਨ ਇਹ ਸੀ ਕਿ ਗੁਲਾਬ ਸਿੰਘ, ਸਾਹਿਬ ਸਿੰਘ ਆਦਿ ਭੰਗੀ ਸਰਦਾਰ ਅਯੋਗ ਤੇ ਵਿਲਾਸੀ ਸਨ। ਉਹਨਾਂ ਨੂੰ ਭੰਗ ਤੇ ਸ਼ਰਾਬ ਪੀਣ ਦੀ ਭੈੜੀ ਆਦਤ ਸੀ। ਲਾਹੌਰ ਦੇ ਭੰਗੀ ਸਰਦਾਰਾਂ ਨੂੰ ਮੰਦੇ ਰਾਜ ਪ੍ਰਬੰਧ ਕਾਰਨ ਲੋਕ ਪਸੰਦ ਨਹੀਂ ਕਰਦੇ ਸਨ। ਆਹਲੂਵਾਲੀਆ ਮਿਸਲ ਦਾ ਕਪੂਰਥਲਾ, ਹੁਸ਼ਿਆਰਪੁਰ, ਨੂਰ ਮਹਿਲ ਦੇ ਪ੍ਰਦੇਸ਼ਾਂ ਦੇ ਉੱਤੇ ਅਧਿਕਾਰ ਸੀ। ਆਹਲੂਵਾਲੀਆ ਮਿਸਲ ਦੇ ਸੰਸਥਾਪਕ ਤੇ ਸਭ ਤੋਂ ਤਾਕਤਵਰ ਸਰਦਾਰ ਜੱਸਾ ਸਿੰਘ ਦੀ 1783 ਈਸਵੀ ਵਿੱਚ ਮੌਤ ਹੋ ਚੁੱਕੀ ਸੀ। 1783 ਈਸਵੀ ਤੋਂ 1801 ਈਸਵੀ ਤੱਕ ਆਹਲੂਵਾਲੀਆ ਮਿਸਲ ਦਾ ਨੇਤਾ ਭਾਗ ਸਿੰਘ ਸੀ। ਭਾਗ ਸਿੰਘ ਤੋਂ ਬਾਅਦ ਫਤਿਹ ਸਿੰਘ ਆਹਲੂਵਾਲੀਆ ਉਸ ਦਾ ਉੱਤਰਾਧਿਕਾਰੀ ਬਣਿਆ। ਰਣਜੀਤ ਸਿੰਘ ਨੇ ਫਤਿਹ ਸਿੰਘ ਆਹਲੂਵਾਲੀਆ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰ ਲਏ ਸਨ ਅਤੇ ਉਸ ਦੀ ਤਾਕਤ ਤੇ ਸੇਵਾਵਾਂ ਦੀ ਆਪਣੇ ਰਾਜ ਦੇ ਵਿਸਥਾਰ ਲਈ ਵਰਤੋਂ ਕੀਤੀ ਸੀ। ਰਾਮਗੜ੍ਹੀਆ ਮਿਸਲ ਵਿੱਚ ਸ੍ਰੀ ਹਰਗੋਬਿੰਦਪੁਰ, ਕਲਾਨੌਰ, ਬਟਾਲਾ, ਕਾਦੀਆਂ, ਰਿਆਰਕੀ ਆਦਿ ਦੇ ਇਲਾਕੇ ਸ਼ਾਮਲ ਸਨ। ਰਾਮਗੜ੍ਹੀਆ ਮਿਸਲ ਦੇ ਸਭ ਤੋਂ ਤਾਕਤਵਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਰਣਜੀਤ ਸਿੰਘ ਦੇ ਸਮੇਂ ਤੱਕ ਬਹੁਤ ਬੁੱਢਾ ਹੋ ਚੁੱਕਿਆ ਸੀ। 1803 ਈਸਵੀ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਮੌਤ ਉਪਰੰਤ ਜੋਧ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਰਣਜੀਤ ਸਿੰਘ ਨੇ ਜੋਧ ਸਿੰਘ ਨਾਲ ਦੋਸਤੀ ਕਰ ਲਈ ਸੀ। ਸ਼ੁਕਰਚੱਕੀਆ ਮਿਸਲ ਦਾ ਅਸਲ ਮੋਢੀ ਸਰਦਾਰ ਚੜ੍ਹਤ ਸਿੰਘ ਸੀ। ਉਸ ਨੇ ਗੁਜਰਾਂਵਾਲਾ, ਵਜ਼ੀਰਾਬਾਦ, ਪਿੰਡ ਦਾਦਨ ਖਾਂ, ਚੱਕਵਾਲ, ਜਲਾਲਪੁਰ ਪ੍ਰਦੇਸ਼ਾਂ ਨੂੰ ਜਿੱਤਿਆ ਸੀ। ਇਸ ਤੋਂ ਬਾਅਦ ਉਸ ਦਾ ਪੁੱਤਰ ਮਹਾਂ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਮਹਾਂ ਸਿੰਘ ਨੇ ਰਸੂਲਨਗਰ, ਅਲੀਪੁਰ ਆਦਿ ਇਲਾਕਿਆਂ ਨੂੰ ਜਿੱਤਿਆ। ਜਦੋਂ 1797 ਈਸਵੀ ਵਿੱਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲਿਆ ਤਾਂ ਸ਼ੁਕਰਚੱਕੀਆ ਮਿਸਲ ਸੈਨਿਕ ਪੱਖ ਤੋਂ ਅਤੇ ਇਲਾਕਿਆਂ ਦੇ ਪੱਖ ਤੋਂ ਸਾਰੀਆਂ ਮਿਸਲਾਂ ਤੋਂ
ਸ਼ਕਤੀਸ਼ਾਲੀ ਮਿਸਲ ਨਹੀਂ ਸੀ। ਕਨ੍ਹੱਈਆ ਮਿਸਲ ਦਾ ਮੋਢੀ ਜੈ ਸਿੰਘ ਕਨ੍ਹੱਈਆ ਸੀ, ਜਿਹੜਾ ਇੱਕ ਬਹਾਦਰ ਯੋਧਾ ਸੀ। ਗੁਰਦਾਸਪੁਰ, ਪਠਾਨਕੋਟ, ਹਾਜੀਪੁਰ, ਮੁਕੇਰੀਆ ਆਦਿ ਦੇ ਇਲਾਕਿਆਂ ਉੱਤੇ ਕਨ੍ਹੱਈਆ ਮਿਸਲ ਦਾ ਅਧਿਕਾਰ ਸੀ। ਰਣਜੀਤ ਸਿੰਘ ਦੇ ਸਮੇਂ ਤੱਕ ਜੈ ਸਿੰਘ ਕਨ੍ਹੱਈਆ ਤੇ ਉਸ ਦੇ ਪੁੱਤਰ ਗੁਰਬਖਸ਼ ਸਿੰਘ ਕਨ੍ਹੱਈਆ ਦੀ ਮੌਤ ਹੋ ਚੁੱਕੀ ਸੀ ਤੇ ਇਸ ਮਿਸਲ ਦੀ ਨੇਤਾ ਗੁਰਬਖਸ਼ ਸਿੰਘ ਦੀ ਪਤਨੀ ਸਦਾ ਕੌਰ ਬਣ ਗਈ ਸੀ। ਸਦਾ ਕੌਰ ਦੀ ਪੁੱਤਰੀ ਮਹਿਤਾਬ ਕੌਰ ਦਾ ਵਿਆਹ 1796 ਈਸਵੀ ਵਿੱਚ ਰਣਜੀਤ ਸਿੰਘ ਨਾਲ ਹੋ ਗਿਆ ਸੀ। ਵਿਆਹ ਤੋਂ ਬਾਅਦ ਸਦਾ ਕੌਰ ਸ਼ੁਕਰਚੱਕੀਆ ਮਿਸਲ ਦੇ ਕੰਮਾਂ ਵਿੱਚ ਭਾਗ ਲੈਣ ਲੱਗੀ ਅਤੇ ਸਦਾ ਕੌਰ ਨੇ ਰਣਜੀਤ ਸਿੰਘ ਦੀਆਂ ਮੁੱਢਲੀਆਂ ਜਿੱਤਾਂ ਵਿੱਚ ਵਡਮੁੱਲੀ ਸਹਾਇਤਾ ਵੀ ਕੀਤੀ। ਫੈਜ਼ਲਪੁਰੀਆ ਮਿਸਲ ਦਾ ਮੋਢੀ ਕਪੂਰ ਸਿੰਘ ਸੀ। ਇਸ ਮਿਸਲ ਦੇ ਖੇਤਰ ਵਿੱਚ ਜਲੰਧਰ, ਨੂਰਪੁਰ, ਬਹਿਰਾਮਪੁਰ, ਪੱਟੀ ਆਦਿ ਇਲਾਕੇ ਆਉਂਦੇ ਸਨ। ਕਪੂਰ ਸਿੰਘ ਤੋਂ ਬਾਅਦ ਉਸ ਦਾ ਭਤੀਜਾ ਖੁਸ਼ਹਾਲ ਸਿੰਘ ਇਸ ਮਿਸਲ ਦਾ ਆਗੂ ਬਣਿਆ ਸੀ। 1795 ਈਸਵੀ ਵਿੱਚ ਖੁਸ਼ਹਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬੁੱਧ ਸਿੰਘ ਉਸ ਦਾ ਉੱਤਰਾਧਿਕਾਰੀ ਬਣਿਆ। ਬੁੱਧ ਸਿੰਘ ਇੱਕ ਕਮਜ਼ੋਰ ਸਰਦਾਰ ਸਿੱਧ ਹੋਇਆ। ਉਸ ਦੇ ਬਹੁਤ ਇਲਾਕਿਆਂ ਨੂੰ ਰਣਜੀਤ ਸਿੰਘ ਨੇ ਤਾਕਤ ਨਾਲ ਖੋਹ ਲਿਆ। ਫੂਲਕੀਆਂ ਮਿਸਲ। ਇਸ ਮਿਸਲ ਦੇ ਪਟਿਆਲਾ, ਜੀਂਦ ਤੇ ਨਾਭਾ 3 ਮਹੱਤਵਪੂਰਨ ਰਾਜ ਸਨ। ਰਣਜੀਤ ਸਿੰਘ ਦੇ ਸਮੇਂ ਪਟਿਆਲਾ ਦਾ ਸਰਦਾਰ ਸਾਹਿਬ ਸਿੰਘ, ਨਾਭਾ ਦਾ ਜਸਵੰਤ ਸਿੰਘ ਤੇ ਜੀਂਦ ਦਾ ਭਾਗ ਸਿੰਘ ਸੀ। ਇਹ ਤਿੰਨੇ ਸਰਦਾਰ ਯੋਗ ਤੇ ਸ਼ਕਤੀਸ਼ਾਲੀ ਨਹੀਂ ਸਨ ਅਤੇ ਇਹਨਾਂ ਦੇ ਆਪਸੀ ਝਗੜਿਆਂ ਨੇ ਵੀ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਸੀ। ਡੱਲੇਵਾਲੀਆ ਮਿਸਲ। ਇਸ ਮਿਸਲ ਦਾ ਜਨਮਦਾਤਾ ਗੁਲਾਬ ਸਿੰਘ ਸੀ, ਪਰ ਇਸ ਮਿਸਲ ਦਾ ਪ੍ਰਸਿੱਧ ਸਰਦਾਰ ਤਾਰਾ ਸਿੰਘ ਘੇਬਾ ਸੀ। ਇਸ ਮਿਸਲ ਵਿੱਚ ਫਿਲੌਰ, ਰਾਹੋਂ, ਨਕੋਦਰ ਆਦਿ ਦੇ ਇਲਾਕੇ ਸ਼ਾਮਲ ਸਨ। ਰਣਜੀਤ ਸਿੰਘ ਨੇ ਤਾਰਾ ਸਿੰਘ ਘੇਬਾ ਦੀ ਮੌਤ ਉਪਰੰਤ ਇਸ ਮਿਸਲ ਦੇ ਇਲਾਕਿਆਂ ਨੂੰ ਤੁਰੰਤ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ ਸੀ। ਨਕਈ ਮਿਸਲ ਵਿੱਚ ਚੁਨੀਆਂ, ਸ਼ਰਕਪੁਰ, ਦੀਪਾਲਪੁਰ, ਕੋਟ ਕਮਾਲੀਆ ਦੇ ਇਲਾਕੇ ਸ਼ਾਮਲ ਸਨ। ਕਰੋੜ ਸਿੰਘੀਆ ਮਿਸਲ ਵਿੱਚ ਨਵਾਂ ਸ਼ਹਿਰ, ਹਰਿਆਣਾ, ਬਸੀ ਕਲਾਂ, ਸ਼ਾਮ 84, ਰੁੜਕਾ ਅਤੇ ਮਾਰਕੰਡਾ ਤੇ ਜਮਨਾ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ ਸ਼ਾਮਲ ਸਨ। ਨਿਸ਼ਾਨ ਵਾਲੀਆ ਮਿਸਲ ਵਿੱਚ ਅੰਬਾਲਾ ਤੇ ਸ਼ਾਹਬਾਦ ਦੇ ਇਲਾਕੇ ਸ਼ਾਮਲ ਸਨ। ਸ਼ਹੀਦ ਮਿਸਲ ਦਾ ਸਤਲੁਜ ਦੇ ਪੂਰਬ ਵਾਲੇ ਪਾਸੇ ਕੁਝ ਭਾਗਾਂ ਉੱਤੇ ਕਬਜ਼ਾ ਸੀ। ਮੁਸਲਮਾਨਾਂ ਦੇ ਰਾਜ। ਮੁਸਲਮਾਨਾਂ ਦੇ ਬਹੁਤ ਸਾਰੇ ਛੋਟੇ-ਛੋਟੇ ਰਾਜ ਪੰਜਾਬ ਦੇ ਪੱਛਮੀ ਭਾਗਾਂ ਦੇ ਵਿੱਚ ਸਥਾਪਿਤ ਸੀ। ਇਹਨਾਂ ਵਿੱਚੋਂ ਕਈ ਰਾਜਾਂ ਦਾ ਕਦੇ-ਕਦਾਈ ਅਫਗਾਨਿਸਤਾਨ ਨਾਲ ਸੰਬੰਧ ਰਿਹਾ ਸੀ, ਪਰ ਅਮਲੀ ਰੂਪ ਵਿੱਚ ਇਹ ਸਾਰੇ ਰਾਜ ਸੁਤੰਤਰ ਸਨ। ਇਹਨਾਂ ਵਿੱਚੋਂ ਇੱਕ ਸੀ ਕਸੂਰ। ਕਸੂਰ ਦਾ ਰਾਜ ਪਠਾਣਾਂ ਦੇ ਅਧਿਕਾਰ ਵਿੱਚ ਸੀ, ਜਿਹੜਾ ਲਾਹੌਰ ਦੇ ਦੱਖਣ ਪੂਰਬ ਦੇ ਵਿੱਚ ਸਥਿਤ ਸੀ। ਕਸੂਰ ਦੇ ਪਠਾਨ ਹਾਕਮ ਦਾ ਨਾਮ ਨਿਜ਼ਾਮੂਦੀਨ ਸੀ। ਅਫਗਾਨਿਸਤਾਨ ਦੇ ਹਾਕਮ ਜ਼ਮਾਨ ਸ਼ਾਹ ਨੇ ਜਦੋਂ ਪੰਜਾਬ ਦੇ ਉੱਤੇ ਹਮਲੇ ਕੀਤੇ ਸਨ ਤਾਂ ਨਿਜ਼ਾਮੂਦੀਨ ਨੇ ਸਿੱਖਾਂ ਦੇ ਵਿਰੁੱਧ ਜ਼ਮਾਨ ਸ਼ਾਹ ਦੀ ਸਹਾਇਤਾ ਕੀਤੀ ਸੀ। ਜ਼ਮਾਨ ਸ਼ਾਹ ਦੇ ਲਾਹੌਰ ਤੋਂ ਜਾਣ ਤੋਂ ਬਾਅਦ ਨਿਜ਼ਾਮੂਦੀਨ ਨੇ ਲਾਹੌਰ ਨੂੰ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਸੀ, ਪਰ ਉਹ ਅਸਫਲ ਰਿਹਾ ਸੀ। 1752 ਈਸਵੀ ਵਿੱਚ ਮੁਲਤਾਨ ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਆ ਗਿਆ ਸੀ, ਪਰ ਹਰੀ ਸਿੰਘ ਭੰਗੀ ਨੇ ਮੁਲਤਾਨ ਉੱਤੇ 1771 ਈਸਵੀ ਵਿੱਚ ਕਬਜ਼ਾ ਕਰ ਲਿਆ। ਤੈਮੂਰ ਸ਼ਾਹ ਨੇ 1779 ਈਸਵੀ ਵਿੱਚ ਭੰਗੀਆਂ ਨੂੰ ਹਰਾ ਕੇ ਮੁਲਤਾਨ ਵਿੱਚੋਂ ਕੱਢ ਦਿੱਤਾ ਅਤੇ ਸੂਜਾ ਖਾਂ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ।
ਜਿਹੜਾ ਕੁਝ ਸਮੇਂ ਪਿੱਛੋਂ ਸੁਤੰਤਰ ਹੋ ਗਿਆ ਸੀ। ਸੂਜਾ ਖਾਂ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਮੁਜ਼ੱਫਰ ਖਾਂ ਉਸ ਦਾ ਉੱਤਰਾਧਿਕਾਰੀ ਬਣਿਆ, ਜਿਹੜਾ ਰਣਜੀਤ ਸਿੰਘ ਦਾ ਸਮਕਾਲੀ ਸੀ। ਪੇਸ਼ਾਵਰ, ਕਸ਼ਮੀਰ ਤੇ ਅਟਕ ਦੇ ਇਲਾਕਿਆਂ ਉੱਤੇ ਬਰਕਜ਼ਾਈ ਕਬੀਲੇ ਦੇ ਅਫਗਾਨ ਹਾਕਮਾਂ ਦਾ ਰਾਜ ਸੀ। ਨਾਮਾਤਰ ਨੂੰ ਇਹ ਰਾਜ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਅਧੀਨ ਸਨ, ਪਰ ਅਮਲੀ ਰੂਪ ਵਿੱਚ ਸੁਤੰਤਰ ਸਨ। ਪੇਸ਼ਾਵਰ ਦਾ ਹਾਕਮ ਫਤਿਹ ਖਾਂ, ਕਸ਼ਮੀਰ ਦਾ ਅਤਾ ਮੁਹੰਮਦ ਖਾਂ, ਅਟਕ ਦਾ ਜਹਾਂਦਾਦ ਖਾਂ ਸੀ। ਦਾਊਦ ਪੁੱਤਰ ਕਬੀਲੇ ਦਾ ਬਹਾਵਲਪੁਰ ਵਿੱਚ ਸੁਤੰਤਰ ਮੁਸਲਿਮ ਰਾਜ ਸਥਾਪਿਤ ਸੀ। ਰਣਜੀਤ ਸਿੰਘ ਦੇ ਸਮੇਂ ਬਹਾਵਲ ਖਾਂ ਪਹਿਲਾ ਤੇ ਬਹਾਵਲ ਖਾਂ ਦੂਜਾ ਬਹਾਵਲਪੁਰ ਦੇ ਸ਼ਾਸਕ ਸਨ। ਸਿੰਧ ਅਫਗਾਨਿਸਤਾਨ ਦੀ ਪ੍ਰਭੂਸੱਤਾ ਤੋਂ ਆਜ਼ਾਦ ਹੋ ਕੇ 3 ਸੁਤੰਤਰ ਰਾਜਾਂ ਦੇ ਵਿੱਚ ਵੰਡਿਆ ਜਾ ਚੁੱਕਿਆ ਸੀ। ਇਹਨਾਂ 3 ਰਾਜਾਂ ਉੱਤੇ ਤੈਲਪੁਰਾ ਕਬੀਲੇ ਦੇ ਅਮੀਰ ਰਾਜ ਕਰਦੇ ਸਨ। ਇਹ 3 ਰਾਜ ਹੈਦਰਾਬਾਦ, ਖੈਰਪੁਰ ਤੇ ਮੀਰਪੁਰ ਸਨ। ਇਹਨਾਂ ਰਾਜਾਂ ਤੋਂ ਬਿਨਾਂ ਮੁਸਲਮਾਨਾਂ ਦੇ ਹੋਰ ਛੋਟੇ-ਛੋਟੇ ਰਾਜ ਵੀ ਸਨ, ਜਿਨ੍ਹਾਂ ਦੇ ਨਾਮ ਪਾਕਪਟਨ, ਖੁਸ਼ਾਬਚੰਗ, ਬੰਨੂ ਕੋਹਾਟ, ਡੇਰਾ ਇਸਮਾਈਲ ਖਾਂ ਆਦਿ। ਪੰਜਾਬ ਦੇ ਉੱਤਰ ਵਿੱਚ ਬਹੁਤ ਸਾਰੀਆਂ ਸੁਤੰਤਰ ਪਹਾੜੀ ਰਿਆਸਤਾਂ ਵੀ ਸਨ, ਜਿਨ੍ਹਾਂ ਵਿੱਚੋਂ ਕਾਂਗੜਾ ਸਭ ਤੋਂ ਪ੍ਰਸਿੱਧ ਸੀ। ਇੱਥੋਂ ਦਾ ਰਾਜਪੂਤ ਰਾਜਾ ਸੰਸਾਰ ਚੰਦ ਕਟੋਚ ਸੀ, ਜਿਹੜਾ ਬਹੁਤ ਉੱਚੇ ਮਨਸੂਬਿਆਂ ਵਾਲਾ ਹਾਕਮ ਸੀ। ਇਹ ਪੰਜਾਬ ਦੇ ਮੈਦਾਨੀ ਇਲਾਕਿਆਂ ਨੂੰ ਜਿੱਤ ਕੇ ਆਪਣੇ ਰਾਜ ਵਿੱਚ ਵਾਧਾ ਕਰਨਾ ਚਾਹੁੰਦਾ ਸੀ। ਹੋਰ ਛੋਟੀਆਂ-ਛੋਟੀਆਂ ਪਹਾੜੀ ਰਿਆਸਤਾਂ ਵਿੱਚ ਜੰਮੂ, ਕੁੱਲੂ, ਬਸੌਲੀ, ਚੰਬਾ, ਨੂਰਪੁਰ ਆਦਿ ਸਨ। ਇਹਨਾਂ ਪਹਾੜੀ ਰਿਆਸਤਾਂ ਵਿੱਚ ਵੀ ਰਾਜਪੂਤ ਰਾਜਿਆਂ ਦੇ ਰਾਜ ਸਨ, ਜਿਹੜੇ ਸਾਰੇ ਹੀ ਬੜੇ ਕਮਜ਼ੋਰ ਸਨ ਅਤੇ ਆਪਸ ਵਿੱਚ ਲੜਦੇ ਰਹਿੰਦੇ ਸਨ। ਨੇਪਾਲ ਦੇ ਗੋਰਖਿਆਂ ਨੇ 18ਵੀਂ ਸਦੀ ਦੇ ਅੰਤ ਵਿੱਚ ਆਪਣੀ ਸ਼ਕਤੀ ਦਾ ਵਿਸਥਾਰ ਪੰਜਾਬ ਵੱਲ ਕਰਨਾ ਸ਼ੁਰੂ ਕੀਤਾ। 1794 ਈਸਵੀ ਵਿੱਚ ਉਹਨਾਂ ਨੇ ਗੜਵਾਲ ਤੇ ਕੁਮਾਊਂ ਉੱਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਉਹ ਸ਼ਿਮਲਾ ਦੀਆਂ ਪਹਾੜੀ ਰਿਆਸਤਾਂ ਨੂੰ ਵੀ ਜਿੱਤਣ ਦੇ ਯਤਨ ਕਰਨ ਲੱਗੇ ਸਨ। ਅਮਰ ਸਿੰਘ ਥਾਪਾ ਗੋਰਖਿਆਂ ਦਾ ਬਹਾਦਰ ਤੇ ਇੱਕ ਯੋਗ ਨੇਤਾ ਸੀ। ਜਾਰਜ ਥਾਮਸ ਇੱਕ ਅੰਗਰੇਜ਼ ਸੀ, ਜਿਹੜਾ ਕਿਸਮਤ ਅਜ਼ਮਾਉਣ ਲਈ ਪੰਜਾਬ ਆ ਗਿਆ ਸੀ। ਉਸ ਨੇ ਪਹਿਲਾਂ ਤਾਂ ਕੁਝ ਸਰਦਾਰਾਂ ਅਧੀਨ ਨੌਕਰੀ ਕੀਤੀ, ਫਿਰ ਹੌਲੀ-ਹੌਲੀ ਉਸ ਨੇ ਆਪਣੇ ਅਧੀਨ ਕੁਝ ਸੈਨਿਕ ਇਕੱਠੇ ਕਰਕੇ ਇੱਕ ਛੋਟਾ ਜਿਹਾ ਸੁਤੰਤਰ ਰਾਜ ਕਾਇਮ ਕਰ ਲਿਆ, ਜਿਸ ਦੀ ਰਾਜਧਾਨੀ ਹਾਂਸੀ ਸੀ। ਹਾਂਸੀ ਵਿੱਚ ਉਸ ਨੇ ਆਪਣੇ ਨਾਮ 'ਤੇ ਜਾਰਜਗੜ੍ਹ ਨਾਮੀ ਕਿਲ੍ਹੇ ਦੀ ਉਸਾਰੀ ਵੀ ਕਰਵਾਈ। ਉਹ ਕਦੇ-ਕਦੇ ਪਟਿਆਲਾ ਅਤੇ ਜੀਂਦ ਰਾਜਾਂ ਦੇ ਇਲਾਕਿਆਂ ਉੱਤੇ ਹਮਲਾ ਕਰ ਦਿੰਦਾ ਸੀ, ਪਰ ਜਾਰਜ ਥਾਮਸ ਦਾ ਰਾਜ ਜ਼ਿਆਦਾ ਸਮੇਂ ਤੱਕ ਨਾ ਰਹਿ ਸਕਿਆ। ਫਰਾਂਸੀਸੀ ਜਨਰਲ ਪੈਰੋ ਨੇ ਜਾਰਜ ਥਾਮਸ ਨੂੰ ਹਰਾ ਕੇ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ, ਪਰ ਪੈਰੋ ਦੀ ਸ਼ਕਤੀ ਦਾ ਵੀ ਛੇਤੀ ਹੀ ਖਾਤਮਾ ਹੋ ਗਿਆ। 1761 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਹਰਾ ਕੇ ਪੰਜਾਬ ਵਿੱਚੋਂ ਕੱਢ ਦਿੱਤਾ ਸੀ। ਪਰ 18ਵੀਂ ਸਦੀ ਦੇ ਅਖੀਰਲੇ ਸਾਲਾਂ ਵਿੱਚ ਮਰਾਠੇ ਪੂਰਬੀ ਪੰਜਾਬ ਵੱਲ ਵਧਣ ਲੱਗ ਪਏ ਸਨ। ਦੌਲਤ ਰਾਓ ਸਿੰਧੀਆ ਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ। ਮਰਾਠੇ ਜਮਨਾ ਤੇ ਸਤਲੁਜ ਵਿਚਾਲੇ ਦੇ ਪ੍ਰਦੇਸ਼ਾਂ ਉੱਤੇ ਹਮਲੇ ਕਰਨ ਲੱਗ ਪਏ ਸਨ, ਪਰ ਛੇਤੀ ਮਰਾਠਿਆਂ ਨੂੰ ਅੰਗਰੇਜ਼ਾਂ ਨਾਲ ਲੜਨਾ ਪੈ ਗਿਆ, ਜਿਸ ਕਰਕੇ ਉਹ ਪੰਜਾਬ ਦੇ ਇਲਾਕਿਆਂ ਉੱਤੇ ਅਧਿਕਾਰ ਕਰਨ ਵਿੱਚ ਅਸਫਲ ਰਹੇ। ਪਲਾਸੀ ਦੀ ਲੜਾਈ ਤੇ ਬਕਸਰ ਦੀ ਲੜਾਈ ਦੇ ਸਿੱਟੇ ਵਜੋਂ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਦਾ ਬੰਗਾਲ, ਬਿਹਾਰ ਤੇ ਉੜੀਸਾ ਉੱਤੇ ਅਧਿਕਾਰ ਹੋ ਗਿਆ। ਵਾਰਨ ਹੇਸਟਿੰਗਜ਼ ਨੇ ਬ੍ਰਿਟਿਸ਼ ਰਾਜ ਦੇ ਵਿਸਥਾਰ ਦੇ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਸੀ। ਉਸ ਤੋਂ ਬਾਅਦ ਲਾਰਡ ਕਾਰਨਵਾਲਿਸ ਤੇ ਜਾਨ ਸੋਰ ਨੇ ਬ੍ਰਿਟਿਸ਼ ਰਾਜ ਦੇ ਵਿਸਥਾਰ ਲਈ ਕੋਈ ਮਹੱਤਵਪੂਰਨ ਕੰਮ ਨਾ ਕੀਤਾ।
1798 ਈਸਵੀ ਵਿੱਚ ਵੈਲਜ਼ਲੀ ਗਵਰਨਰ ਜਨਰਲ ਬਣਿਆ, ਜਿਹੜਾ ਬ੍ਰਿਟਿਸ਼ ਰਾਜ ਦਾ ਵਿਸਥਾਰ ਕਰਨ ਵਿੱਚ ਯਕੀਨ ਰੱਖਦਾ ਸੀ। ਉਹ ਆਪਣੇ 7 ਸਾਲਾਂ ਦੇ ਸ਼ਾਸਨ ਕਾਲ ਵਿੱਚ ਹੈਦਰਾਬਾਦ, ਮੈਸੂਰ, ਕਰਨਾਟਕ, ਤੰਜੌਰ, ਅਵਧ ਆਦਿ ਇਹਨਾਂ ਦੇਸੀ ਰਾਜਾਂ ਨੂੰ ਅਧੀਨ ਕਰਨ ਵਿੱਚ ਅਤੇ ਉਸ ਪਿੱਛੋਂ ਮਰਾਠਿਆਂ ਨਾਲ ਲੜਾਈਆਂ ਕਰਨ ਵਿੱਚ ਰੁੱਝਿਆ ਰਿਹਾ। ਇਸ ਲਈ ਉਹ ਪੰਜਾਬ ਵੱਲ ਧਿਆਨ ਨਾ ਦੇ ਸਕਿਆ। 1803 ਈਸਵੀ ਵਿੱਚ ਅੰਗਰੇਜ਼ਾਂ ਨੇ ਸਿੰਧੀਆ ਨੂੰ ਹਰਾ ਕੇ ਦਿੱਲੀ ਉੱਤੇ ਕਬਜ਼ਾ ਕਰ ਲਿਆ। ਅੰਗਰੇਜ਼ ਕਈ ਸਾਲਾਂ ਤੱਕ ਜਿੱਤੇ ਹੋਏ ਇਲਾਕਿਆਂ ਵਿੱਚ ਆਪਣੇ ਪੈਰ ਪੱਕੇ ਕਰਨ ਵਿੱਚ ਹੀ ਲੱਗੇ ਰਹੇ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ ਉਸ ਦਾ ਪੁੱਤਰ ਤੈਮੂਰ ਸ਼ਾਹ ਉਸ ਦਾ ਉੱਤਰਾਧਿਕਾਰੀ ਬਣਿਆ। ਤੈਮੂਰ ਸ਼ਾਹ ਨੇ ਸਿੱਖਾਂ ਦੇ ਪ੍ਰਦੇਸ਼ਾਂ ਨੂੰ ਫੇਰ ਤੋਂ ਜਿੱਤਣ ਲਈ ਯਤਨ ਕੀਤੇ, ਪਰ ਸਫਲ ਨਾ ਹੋ ਸਕਿਆ। 1793 ਈਸਵੀ ਵਿੱਚ ਤੈਮੂਰ ਸ਼ਾਹ ਦਾ ਪੁੱਤਰ ਜ਼ਮਾਨ ਸ਼ਾਹ ਅਫਗਾਨਿਸਤਾਨ ਦਾ ਬਾਦਸ਼ਾਹ ਬਣਿਆ। ਉਸ ਨੇ ਪੰਜਾਬ ਉੱਤੇ ਹਮਲੇ ਕਰਨੇ ਆਰੰਭ ਕਰ ਦਿੱਤੇ। ਆਪਣੇ ਤੀਜੇ ਹਮਲੇ ਸਮੇਂ ਉਹ 3 ਜਨਵਰੀ 1797 ਈਸਵੀ ਨੂੰ ਲਾਹੌਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ। ਪਰ ਇਸ ਤੋਂ ਬਾਅਦ ਉਸ ਨੂੰ ਛੇਤੀ ਹੀ ਹੈਰਾਤ ਵਿੱਚ ਆਪਣੇ ਭਰਾ ਸ਼ਾਹ ਮਹਿਮੂਦ ਦੀ ਬਗਾਵਤ ਕਾਰਨ ਵਾਪਸ ਜਾਣਾ ਪਿਆ। ਜਾਣ ਤੋਂ ਪਹਿਲਾਂ ਜ਼ਮਾਨ ਸ਼ਾਹ ਲਾਹੌਰ ਵਿੱਚ ਸਹਾਂਚੀ ਖਾਂ ਨਾਮੀ ਆਪਣੇ ਇੱਕ ਨਾਇਬ ਨੂੰ ਸੈਨਿਕਾਂ ਸਹਿਤ ਛੱਡ ਗਿਆ। ਸਿੱਖਾਂ ਨੇ ਸਹਾਂਚੀ ਖਾਂ ਨੂੰ ਹਰਾ ਕੇ ਭਜਾ ਦਿੱਤਾ ਅਤੇ ਲਾਹੌਰ ਉੱਤੇ ਭੰਗੀ ਸਰਦਾਰਾਂ ਨੇ ਫਿਰ ਤੋਂ ਕਬਜ਼ਾ ਕਰ ਲਿਆ। ਅਕਤੂਬਰ 1798 ਈਸਵੀ ਵਿੱਚ ਜ਼ਮਾਨ ਸ਼ਾਹ ਨੇ ਪੰਜਾਬ ਉੱਤੇ ਚੌਥੇ ਹਮਲੇ ਦੌਰਾਨ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਨੂੰ ਫਿਰ ਜਿੱਤ ਲਿਆ। ਹੁਣ ਉਸ ਨੇ ਸਿੱਖਾਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਇਸ ਲਈ ਉਸ ਨੇ ਅੰਮ੍ਰਿਤਸਰ ਵੱਲ ਸੈਨਾ ਭੇਜੀ, ਜਿਸ ਨੂੰ ਸ਼ੁਕਰਚੱਕੀਆ ਰਣਜੀਤ ਸਿੰਘ ਨੇ ਹਰਾ ਦਿੱਤਾ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਲਾਹੌਰ ਵੱਲ ਕੂਚ ਕੀਤਾ। ਕਿਹਾ ਜਾਂਦਾ ਹੈ ਕਿ ਉਸ ਨੇ ਸੁਮਨ ਬੁਰਜ ਉੱਤੇ ਚੜ੍ਹਾਈ ਕਰ ਦਿੱਤੀ, ਕਈ ਅਫਗਾਨਾਂ ਨੂੰ ਮਾਰ ਦਿੱਤਾ ਅਤੇ ਫਿਰ ਜ਼ਮਾਨ ਸ਼ਾਹ ਨੂੰ ਲਲਕਾਰਿਆ। ਜ਼ਮਾਨ ਸ਼ਾਹ ਨੂੰ ਰਣਜੀਤ ਸਿੰਘ ਨਾਲ ਲੜਨ ਦਾ ਹੌਸਲਾ ਨਾ ਪਿਆ। ਥੋੜ੍ਹੇ ਸਮੇਂ ਤੋਂ ਬਾਅਦ ਸ਼ਾਹ ਮਹਿਮੂਦ ਦੁਆਰਾ ਅਫਗਾਨਿਸਤਾਨ ਵਿੱਚ ਕੀਤੀ ਗਈ ਗੜਬੜ ਕਰਕੇ ਜ਼ਮਾਨ ਸ਼ਾਹ ਨੂੰ ਵਾਪਸ ਕਾਬਲ ਜਾਣਾ ਪਿਆ। ਰਾਜਨੀਤਿਕ ਅਵਸਥਾ ਦਾ ਰਣਜੀਤ ਸਿੰਘ ਲਈ ਸਹਾਇਕ ਹੋਣਾ। ਪੰਜਾਬ ਦੀ ਰਾਜਨੀਤਿਕ ਅਵਸਥਾ ਰਣਜੀਤ ਸਿੰਘ ਦੀ ਸ਼ਕਤੀ ਦੇ ਉਥਾਨ ਵਿੱਚ ਬਹੁਤ ਸਹਾਇਕ ਸਿੱਧ ਹੋਈ। 18ਵੀਂ ਸਦੀ ਦੇ ਅੰਤ ਵਿੱਚ ਕੋਈ ਵੀ ਸਿੱਖ ਮਿਸਲ ਬਹੁਤੀ ਤਾਕਤਵਰ ਨਹੀਂ ਰਹੀ ਸੀ। ਰਣਜੀਤ ਸਿੰਘ ਦੀ ਖੁਸ਼ਕਿਸਮਤੀ ਨੂੰ ਸਿੱਖ ਮਿਸਲਾਂ ਦੇ ਵੱਡੇ ਵੱਡੇ ਯੋਧੇ ਤੇ ਸੁਯੋਗ ਸਰਦਾਰਾਂ ਦੀ ਮੌਤ ਹੋ ਚੁੱਕੀ ਸੀ, ਜਿਹੜੇ ਰਣਜੀਤ ਸਿੰਘ ਦੇ ਰਾਹ ਵਿੱਚ ਰੁਕਾਵਟ ਬਣ ਸਕਦੇ ਸਨ। ਸਿੱਖ ਸਰਦਾਰਾਂ ਵਿੱਚੋਂ ਸਭ ਤੋਂ ਬਹਾਦਰ ਤੇ ਯੋਗ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ 1783 ਈਸਵੀ ਵਿੱਚ ਮੌਤ ਹੋ ਚੁੱਕੀ ਸੀ। ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਤੇ ਗੁਰਬਖਸ਼ ਸਿੰਘ ਦੀ ਵੀ ਮੌਤ ਹੋ ਚੁੱਕੀ ਸੀ। ਭੰਗੀ ਮਿਸਲ ਦੇ ਹਰੀ ਸਿੰਘ ਤੇ ਝੰਡਾ ਸਿੰਘ ਨਾਮੀ ਸਰਦਾਰਾਂ ਦੀ ਵੀ ਮੌਤ ਹੋ ਚੁੱਕੀ ਸੀ। ਰਾਮਗੜੀਆ ਮਿਸਲ ਦਾ ਨੇਤਾ ਜੱਸਾ ਸਿੰਘ ਰਾਮਗੜੀਆ ਬਹੁਤ ਬਿਰਧ ਹੋ ਚੁੱਕਿਆ ਸੀ, ਜਿਹੜਾ ਨੌਜਵਾਨ ਰਣਜੀਤ ਸਿੰਘ ਦਾ ਵਿਰੋਧ ਕਰਨ ਲਈ ਸਮਰੱਥ ਨਹੀਂ ਸੀ। ਫੂਲਕੀਆ ਸਰਦਾਰ ਅਤੇ ਬਾਕੀ ਮਿਸਲਾਂ ਦੇ ਸਰਦਾਰ ਵੀ ਇੰਨੇ ਬਹਾਦਰ ਯੋਧੇ ਨਹੀਂ ਸਨ ਕਿ ਉਹ ਰਣਜੀਤ ਸਿੰਘ ਨਾਲ ਟੱਕਰ ਲੈ ਸਕਣ। ਪੰਜਾਬ ਵਿੱਚ ਅਫਗਾਨਾਂ ਦੀ ਸ਼ਕਤੀ ਕਮਜ਼ੋਰ ਹੋ ਗਈ ਸੀ। ਮੁਸਲਿਮ ਰਾਜਾਂ ਵਿੱਚ ਏਕਤਾ ਦੀ ਘਾਟ ਸੀ। ਇਸ ਲਈ ਰਣਜੀਤ ਸਿੰਘ ਨੂੰ ਇੱਕ ਇੱਕ ਕਰਕੇ ਇਹਨਾਂ ਨੂੰ ਜਿੱਤਣਾ ਕੋਈ ਔਖਾ ਕੰਮ ਨਹੀਂ ਸੀ। ਅਫਗਾਨਿਸਤਾਨ ਦੇ ਸ਼ਾਸਕ ਜ਼ਮਾਨ ਸ਼ਾਹ ਨੇ ਪੰਜਾਬ ਉੱਤੇ 4 ਹਮਲੇ ਕੀਤੇ ਸਨ, ਪਰ ਉਹ ਪੰਜਾਬ ਵੱਲ ਪੂਰਾ ਧਿਆਨ ਤੇ ਸ਼ਕਤੀ ਲਾਉਣ ਵਿੱਚ ਅਸਮਰੱਥ ਸੀ। ਗੋਰਖਿਆਂ ਦੇ ਪਹਾੜੀ ਰਾਜਪੂਤ ਰਿਆਸਤਾਂ ਉੱਤੇ ਹਮਲੇ ਵੀ ਰਣਜੀਤ ਸਿੰਘ ਲਈ ਸਹਾਇਕ ਸਿੱਧ ਹੋਏ, ਕਿਉਂਕਿ ਇਹਨਾਂ ਹਮਲਿਆਂ ਦੇ ਫਲਸਰੂਪ
ਪਹਾੜੀ ਰਾਜਿਆਂ ਦੀ ਤਾਕਤ ਬਹੁਤ ਘੱਟ ਹੋ ਗਈ ਸੀ। ਅੰਗਰੇਜ਼ ਤੇ ਮਰਾਠੇ ਦੋਵੇਂ ਹੀ ਆਪਸ ਵਿੱਚ ਉਲਝੇ ਹੋਏ ਹੋਣ ਕਾਰਨ ਪੰਜਾਬ ਵੱਲ ਧਿਆਨ ਦੇਣ ਤੋਂ ਅਸਮਰੱਥ ਸਨ। 1803 ਈਸਵੀ ਵਿੱਚ ਅੰਗਰੇਜ਼ਾਂ ਨੇ ਦਿੱਲੀ ਨੂੰ ਸਿੰਧੀਆ ਤੋਂ ਖੋਹ ਲਿਆ ਸੀ, ਪਰ ਅਗਲੇ ਕੁਝ ਸਾਲਾਂ ਤੱਕ ਅੰਗਰੇਜ਼ ਜਿੱਤੇ ਹੋਏ ਇਲਾਕਿਆਂ ਵਿੱਚ ਆਪਣੀ ਸ਼ਕਤੀ ਨੂੰ ਸਥਿਰ ਕਰਨ ਵਿੱਚ ਲੱਗੇ ਰਹੇ ਸਨ। 18ਵੀਂ ਸਦੀ ਦੇ ਅੰਤਲੇ ਸਮੇਂ ਪੰਜਾਬ ਦੀ ਰਾਜਨੀਤਿਕ ਅਵਸਥਾ ਰਣਜੀਤ ਸਿੰਘ ਲਈ ਬੜੀ ਸਹਾਇਕ ਸਿੱਧ ਹੋਈ। ਇੱਕ ਬਹਾਦਰ ਯੋਧਾ ਅਤੇ ਕੂਟਨੀਤੀਵੇਤਾ ਹੋਣ ਦੇ ਨਾਤੇ ਉਸ ਨੇ ਇਸ ਅਵਸਥਾ ਦਾ ਬਹੁਤ ਲਾਭ ਉਠਾਇਆ ਅਤੇ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। ਜਿਵੇਂ ਕਿਹਾ ਜਾਂਦਾ ਹੈ ਕਿ ਸਮਾਂ ਰਣਜੀਤ ਸਿੰਘ ਦੇ ਅਨੁਕੂਲ ਸੀ ਤੇ ਰਣਜੀਤ ਸਿੰਘ ਸਮੇਂ ਦੇ ਅਨੁਕੂਲ ਸੀ।